सत श्री अकाल। कैनेडा न्यूज़ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। शुरुआत करते हैं ਹੈਡਲਾਈਨਸ ਦੇ ਨਾਲ। ਵਾਟਰ ਸਰਵਿਸਿਜ਼ ਆਫੀਸਰਸ ਵੱਲੋਂ ਟਵਾਸਨ ਦੇ ਪੋਰਟ ਤੋਂ 25 ਕੁਇੰਟਲ ਅਫੀਮ ਕੀਤੀ ਗਈ ਬਰਾਮਦ। ਚੱਲ ਰਹੀ ਹੈ ਜਾਂਚ। ਸਰੀ ਪੁਲਿਸ ਤਬਦੀਲੀ ਸੰਬੰਧੀ ਗੁਰੂ ਘਰ ਕਮੇਟੀਆਂ ਦੀ ਚਿੱਠੀ ਵਾਇਰਲ ਹੋਣ ਦਾ ਮਸਲਾ। ਕਮੇਟੀਆਂ ਨੇ ਕਿਹਾ ਸੀ ਨਹੀਂ ਲਿਖੀ ਕੋਈ ਸੋਲਿਸਿਟਰ ਜਨਰਲ ਨੂੰ चिट्ठी। ਇਹ ਹੈ सियासी मसला ना कि धार्मिक। ब्रिटिश कोलंबिया दे विच इन्फ्लूएंजा ते बाकी फ्लू के केसां दे विच गिरावट आने वाले दिनों के विच होर घट सकते हैं केस। सब नूं फ्लू शॉट लगवाउण दी अपील। बॉर्डर सर्विसिज अफसरां ने जानकारी दी है कि टवासन विच पोर्ट ते सवेरे 2500 किलोग्राम अफीम जब्त की गई है ते हुण तक जब्त की अफीम विचों यह सब तो वड्डी खेप है। अधिकारियों मुताबक 247 शिपिंग प्लेटरा के अंदर लगभग 2486 किलोग्राम अफीम मिली है। अधिकारियों मुताबक 25 अक्तूबर को मैट्रो वैनकूवर मरीन ऑपरेशनस द्वारा 19 समुद्री कंटेनरां की जांच एक्सरे टैक्नोलॉजी और बाकी टैक्नोलॉजियां के राही की गई, जिस तो बाद अफीम बरामद हुई है। इसकी पुष्टि अज की गई है। पिछले साल भी इस खेतर के विचों 10 कुइंटल ਦੇ ਲਗਭਗ ਅਫੀਮ ਬਰਾਮਦ ਹੋਈ ਸੀ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ਾਨਾ ਡਰੱਗ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ ਤੇ ਅੰਕੜਾ ਘਟਣ ਦਾ ਨਾਮ ਨਹੀਂ ਲੈ ਰਿਹਾ। ਸਰੀ ਸ਼ਹਿਰ ਦੇ ਗਵਾਂਢ ਵਿੱਚ ਡੈਲਟਾ ਪੋਰਟ ਤੋਂ ਅਫੀਮ ਜ਼ਬਤ ਹੋਈ ਹੈ ਤੇ ਇਸ ਤੋਂ ਸਥਿਤੀ ਸਪਸ਼ਟ ਹੈ ਕਿ ਇਹ ਵੀ ਸ਼ੰਕੇ ਪੈਦਾ ਹੁੰਦੇ ਨੇ ਕਿ ਇਸੇ ਇਲਾਕੇ ਦੇ ਵਿੱਚ ਵੇਚੀ ਜਾਣੀ ਸੀ। ਬੇਸ਼ੱਕ ਇਹ ਖੇਪ ਫੜੀ ਗਈ ਹੈ, ਪਰ ਜੋ ਕੰਟੇਨਰ ਆਉਂਦੇ ਨੇ ਉਹਨਾਂ ਵਿੱਚੋਂ ਬਹੁਤ ਘੱਟ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਹੋ ਸਕਦਾ ਹੈ ਕਿ ਬਹੁਤ ਸਾਰਾ ਨਸ਼ਾ ਇਸ ਦੇ ਰਾਹੀਂ ਲੰਘ ਵੀ ਜਾਂਦਾ ਹੋਵੇ ਤੇ ਵਿਕਦਾ ਵੀ ਹੋਵੇ, ਕਿਉਂਕਿ ਬਹੁਤ ਸਾਰੇ ਅਜਿਹੇ ਨਸ਼ਿਆਂ ਵਿੱਚ ਫੈਂਟਾਨਿਲ ਮਿਲਾਈ ਜਾਂਦੀ ਹੈ ਜੋ ਕਿ ਓਵਰਡੋਜ਼ ਕਾਰਨ ਮੌਤ ਦਾ ਕਾਰਨ ਬਣਦੀ ਹੈ। ਇਸ ਲਈ ਜ਼ਰੂਰਤ ਹੈ ਕਿ ਡਰੱਗਸ ਵਿਰੁੱਧ ਸਖਤ ਕਦਮ ਚੁੱਕੇ ਜਾਣ। ਪਰ ਫਿਲਹਾਲ ਡੈਲਟਾ ਦੇ ਟਵਾਸਨ ਵਿਖੇ ਪੋਰਟ ਤੋਂ 25 ਕੁਇੰਟਲ ਅਫੀਮ ਬਰਾਮਦ ਕੀਤੀ ਗਈ ਹੈ, ਪਰ ਇਹ ਕਿਸਨੇ ਮੰਗਵਾਈ ਇਸ ਦੀ ਜਾਂਚ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਇਸ ਡਰੱਗ ਰੈਕਟ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ। ਸਰੀ ਦੇ ਵਿੱਚ ਪੁਲਿਸ ਤਬਦੀਲੀ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣਿਆ ਹੋਇਆ ਅਤੇ ਬਹੁਤ ਸਾਰੀਆਂ ਸੰਸਥਾਵਾਂ ਸੋਲਿਸਿਟਰ ਜਨਰਲ ਮਾਈਕ ਫਰਨਵਰਥ ਨੂੰ ਚਿੱਠੀ ਭੇਜ ਰਹੀਆਂ ਨੇ, ਜਿਨ੍ਹਾਂ ਵਿੱਚੋਂ ਕੁਝ ਨੂੰ ਸਰੀ ਪੁਲਿਸ ਦਾ ਸਮਰਥਨ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਕੁਝ ਵੱਲੋਂ RCMP ਦਾ ਸਮਰਥਨ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪਰ ਇਸੇ ਦੌਰਾਨ ਹੀ 12 ਦਸੰਬਰ ਨੂੰ ਸਰੀ ਦੇ 6 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਰੀ ਪੁਲਿਸ ਦੇ ਹੱਕ 'ਚ ਚਿੱਠੀ ਭੇਜਣ ਦੀ ਇੱਕ ਖਬਰ ਸਾਹਮਣੇ ਆਈ ਸੀ, ਜਿਸ ਦਾ ਖੰਡਨ ਗੁਰਦੁਆਰਾ ਕਮੇਟੀਆਂ ਵੱਲੋਂ ਕੀਤਾ ਗਿਆ। ਉਹਨਾਂ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਇਹ ਪੱਤਰ ਕਮੇਟੀਆਂ ਵੱਲੋਂ ਨਹੀਂ ਭੇਜਿਆ ਗਿਆ। ਕਿਸੇ ਵਿਅਕਤੀ ਵੱਲੋਂ ਗਲਤ ਢੰਗ ਨਾਲ ਗੁਰੂ ਘਰ ਕਮੇਟੀਆਂ ਦੇ ਲੋਗੋ ਦੀ ਵਰਤੋਂ ਕੀਤੀ ਗਈ ਹੈ। ਕਮੇਟੀਆਂ ਮੁਤਾਬਕ ਉਹ ਧਾਰਮਿਕ ਸੰਸਥਾਵਾਂ ਨੇ ਅਤੇ ਜਿਹੜੀ ਸੁਰੱਖਿਆ ਏਜੰਸੀ ਸ਼ਹਿਰ ਵਿੱਚ ਸੇਵਾਵਾਂ ਦੇਵੇਗੀ, ਇਹਦਾ ਫੈਸਲਾ ਸਰਕਾਰ ਨੇ ਕਰਨਾ ਤੇ ਇਹ ਸਿਆਸੀ ਮਸਲਾ ਹੈ, ਜਿਸ ਕਾਰਨ ਧਾਰਮਿਕ ਸੰਸਥਾਵਾਂ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਕਮੇਟੀ ਮੁਤਾਬਕ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਵਿਅਕਤੀ ਵੱਲੋਂ ਇਹ ਸਭ ਕੁਝ ਕੀਤਾ ਗਿਆ, ਪਰ ਉਹਨਾਂ ਵੱਲੋਂ ਕੋਈ ਵੀ ਚਿੱਠੀ ਨਹੀਂ ਲਿਖੀ ਗਈ। ਕਾਬਲੇ ਗੌਰ ਹੈ ਕਿ ਸਰੀ ਸਿਟੀ ਕੌਂਸਲ ਵੱਲੋਂ ਸਰੀ 'ਚ RCMP ਦੀਆਂ ਸੇਵਾਵਾਂ ਨੂੰ ਜਾਰੀ ਰੱਖਣ ਸੰਬੰਧੀ 6-3 ਨਾਲ ਮਤਾ ਪਾਸ ਕਰਨ ਉਪਰੰਤ ਇਸ ਦੀ ਵਿਸਥਾਰਤ ਰਿਪੋਰਟ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੂੰ ਭੇਜੀ ਗਈ ਹੈ। ਇਸ ਸੰਬੰਧੀ ਕੋਈ ਵੀ ਅੰਤਿਮ ਫੈਸਲਾ ਸਰਕਾਰ ਵੱਲੋਂ ਫਿਲਹਾਲ ਨਹੀਂ ਲਿਆ ਗਿਆ, ਕਿਉਂਕਿ ਸਰੀ ਪੁਲਿਸ ਨਾਲ ਸੰਬੰਧਿਤ ਰਿਪੋਰਟ ਵੀ ਹਾਲੇ ਪਹੁੰਚਣੀ ਹੈ। ਪਰ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ ਬਹੁਤ ਸਾਰੇ ਪੱਤਰ ਜੋ ਉਹਨਾਂ ਤੱਕ ਪਹੁੰਚ ਰਹੇ ਨੇ ਉਸ ਦੀ ਘੋਖ ਵਿਚਾਰ ਵੀ ਕਰ ਰਹੇ ਨੇ ਤੇ ਸੁਭਾਵਨਾ ਹੈ ਕਿ ਸਰਕਾਰ ਨਵੇਂ ਸਾਲ ਦੇ ਵਿੱਚ ਸਰੀ ਪੁਲਿਸ ਸੰਬੰਧੀ ਫੈਸਲਾ ਲੈ ਸਕਦੀ ਹੈ ਕਿ ਸਰੀ ਦੇ ਵਿੱਚ RCMP ਸੇਵਾਵਾਂ ਬਰਕਰਾਰ ਰੱਖੇਗੀ ਜਾਂ ਫਿਰ ਸਰੀ ਪੁਲਿਸ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਤਬਦੀਲੀ ਦਾ ਕੰਮ ਜਾਰੀ ਰੱਖੇਗੀ। ਤਿਉਹਾਰਾਂ ਦੇ ਦਿਨਾਂ 'ਚ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਤੋਹਫੇ ਅਤੇ ਪਾਰਸਲਸ ਨੂੰ ਚੋਰੀ ਕਰਨ ਦਾ ਰੁਝਾਨ ਪਿਛਲੇ ਦਿਨਾਂ 'ਚ ਵੈਨਕੂਵਰ 'ਚ ਕਾਫੀ ਵਧਿਆ ਹੈ, ਜਿਸ ਕਾਰਨ ਪੁਲਿਸ ਵੱਲੋਂ ਵੀ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਅਜਿਹਾ ਨਾ ਵਾਪਰੇ। ਹੁਣ ਵੈਨਕੂਵਰ ਪੁਲਿਸ ਨੇ ਹਜ਼ਾਰਾਂ ਡਾਲਰ ਦੀ ਕੀਮਤ ਦੇ ਕ੍ਰਿਸਮਸ ਦੇ ਤੋਹਫੇ ਅਸਲ ਹੱਕਦਾਰਾਂ ਕੋਲ ਪਹੁੰਚਾਏ ਨੇ। ਘਰਾਂ ਦੇ ਬਾਹਰ ਤੋਂ ਤੋਹਫੇ ਚੋਰੀ ਹੋਣ ਦੀਆਂ ਵਾਰਦਾਤਾਂ 'ਚ ਜਾਂਚ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਬਰਾਮਦ ਕੀਤਾ ਤੇ ਹੁਣ ਇਹਨਾਂ ਨੂੰ ਅਸਲ ਜਿਹੜੇ ਘਰਾਂ ਤੱਕ ਪਹੁੰਚਣਾ ਚਾਹੀਦਾ ਸੀ ਉੱਥੇ ਪਹੁੰਚਾ ਦਿੱਤਾ ਗਿਆ। ਪੁਲਿਸ ਮੁਤਾਬਕ ਹਰ ਸਾਲ ਛੁੱਟੀਆਂ ਦੀ ਰੁੱਤ ਦੌਰਾਨ ਪਾਰਸਲ ਚੋਰੀ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਦਾ। ਉਹਨਾਂ ਆਖਿਆ ਕਿ ਆਨਲਾਈਨ
ਸ਼ਾਪਿੰਗ ਦੀ ਸਹੂਲਤ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੰਦੇ ਲੋਕਾਂ ਦੇ ਲਈ ਆਸਾਨ ਮੌਕੇ ਪੈਦਾ ਕਰਦੀ ਹੈ। ਉਹਨਾਂ ਆਖਿਆ ਕਿ ਘਰਾਂ ਦੇ ਬਾਹਰ ਤੋਂ ਚੋਰੀ ਕਰਨ ਵਾਲੇ ਆਮ ਤੌਰ ਤੇ ਐਮਾਜ਼ੋਨ, UPS ਅਤੇ ਹੋਰ ਡਿਲੀਵਰੀ ਕੰਪਨੀਆਂ ਦੀਆਂ ਗੱਡੀਆਂ ਦਾ ਪਿੱਛਾ ਕਰਦੇ ਨੇ ਅਤੇ ਮੌਕਾ ਮਿਲਦੇ ਹੀ ਘਰ ਦੇ ਬਾਹਰ ਤੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਕਾਂਸਟੇਬਲ ਨੇ ਦੱਸਿਆ ਕਿ ਜਾਂਚ ਤੋਂ ਬਾਅਦ VPD ਦੀ ਪ੍ਰਾਪਰਟੀ ਅਤੇ ਹੋਰ ਕ੍ਰਾਈਮ ਯੂਨਿਟ ਵੱਲੋਂ 7 ਦਸੰਬਰ ਨੂੰ ਬਰਨ ਵਿੱਚ ਇੱਕ ਘਰ 'ਚ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਬੂਟ, ਗੋਲਫ ਗਲਵਜ਼, ਸਕੂਟਰਜ਼ ਅਤੇ ਟੂਲ ਅਤੇ ਕਈ ਹੋਰ ਪ੍ਰਕਾਰ ਦੇ ਕ੍ਰਿਸਮਸ ਦੇ ਤੋਹਫੇ ਵੀ ਬਰਾਮਦ ਹੋਏ। ਉਹਨਾਂ ਦੱਸਿਆ ਕਿ ਬਹੁਤ ਸਾਰੇ ਪਾਰਸਲ ਅਸਲ ਘਰਾਂ ਦੇ ਵਿੱਚ ਪਹੁੰਚਾ ਦਿੱਤੇ ਗਏ ਨੇ ਤੇ ਨਾਲੋਂ ਨਾਲ 1 ਸਤੰਬਰ ਤੋਂ 7 ਦਸੰਬਰ ਦੇ ਵਿਚਾਲੇ ਵੈਨਕੂਵਰ 'ਚ ਹੁਣ ਤੱਕ 146 ਪੈਕੇਜ ਚੋਰੀ ਹੋਣ ਦੀਆਂ ਰਿਪੋਰਟਾਂ ਦਰਜ ਹੋਈਆਂ ਨੇ। ਬਰੈਂਪਟਨ ਸਿਟੀ ਕੌਂਸਲ ਵੱਲੋਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਟੋਰਾਂਟੋ ਤੋਂ ਪੰਜਾਬ ਲਈ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣ, ਜਿਸ ਲਈ ਇੱਕ ਮਤਾ ਵੀ ਸਿਟੀ ਕੌਂਸਲ ਵੱਲੋਂ ਪਾਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫੈਡਰਲ ਸਰਕਾਰ ਵੱਲੋਂ ਭਾਰਤ ਦੇ ਨਾਲ ਨਵੀਂ ਡੀਲ ਕੁਝ ਚੋਣਵੀਂ 에ਅਰਲਾਈਨਸ ਨੂੰ ਕੈਨੇਡਾ ਤੋਂ ਭਾਰਤ ਦਰਮਿਆਨ ਅਣਗਿਣਤ ਫਲਾਈਟਸ ਆਪਰੇਟ ਕਰਨ ਦੀ ਇਜਾਜ਼ਤ ਦੇਣ ਦੇ ਲਈ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੋਏ ਸਮਝੌਤੇ ਤਹਿਤ 에ਅਰਲਾਈਨਸ ਵੱਲੋਂ ਹਰ ਹਫ਼ਤੇ ਸਿਰਫ 35 ਫਲਾਈਟਸ ਹੀ ਆਪਰੇਟ ਕੀਤੀਆਂ ਜਾ ਸਕਦੀਆਂ ਸਨ। ਇਸ ਨਵੀਂ ਡੀਲ ਤਹਿਤ ਕੈਨੇਡੀਅਨ 에ਅਰਲਾਈਨਸ ਨੂੰ ਬੈਂਗਲੌਰ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ ਲਈ ਅਣਗਿਣਤ ਉਡਾਨਾਂ ਸ਼ੁਰੂ ਕਰਨ ਵਾਸਤੇ ਹਰੀ ਝੰਡੀ ਦਿੱਤੀ ਗਈ ਹੈ, ਜਦਕਿ ਭਾਰਤੀ 에ਅਰਲਾਈਨਸ ਨੂੰ ਟੋਰਾਂਟੋ, ਮੌਂਟਰੀਅਲ, ਐਡਮਿੰਟਨ ਤੇ ਵੈਨਕੂਵਰ ਦੇ ਨਾਲ-ਨਾਲ ਹੋਰਨਾਂ ਲੋਕੇਸ਼ਨਸ ਲਈ ਵੀ ਅਣਗਿਣਤ ਉਡਾਨਾਂ ਲਿਆਉਣ ਦੀ ਖੁੱਲ੍ਹ ਹੋਵੇਗੀ। ਪਰ ਬਰੈਂਪਟਨ ਸਿਟੀ ਕੌਂਸਲ ਵੱਲੋਂ ਪੰਜਾਬ ਲਈ ਵੀ ਕੈਨੇਡਾ ਤੋਂ ਸਿੱਧੀਆਂ ਉਡਾਨਾਂ ਦੀ ਮੰਗ ਕੀਤੀ ਜਾ ਰਹੀ ਹੈ। ਕੌਂਸਲ ਦਾ ਤਰਕ ਹੈ ਕਿ ਕੈਨੇਡਾ ਤੋਂ ਪੰਜਾਬ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਆਰਥਿਕ ਤੇ ਸਮਾਜਿਕ ਲਾਹਾ ਹੋਵੇਗਾ। ਇਸ ਸੰਬੰਧੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਮਤਾ ਪੇਸ਼ ਕੀਤਾ ਗਿਆ ਸੀ ਤੇ ਇਹ ਵੀ ਆਖਿਆ ਗਿਆ ਸੀ ਕਿ ਪੰਜਾਬ ਤੋਂ ਬਾਹਰ ਜੇ ਕਿਤੇ ਸਭ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਹੈ ਤਾਂ ਉਹ ਬਰੈਂਪਟਨ ਦੇ ਵਿੱਚ ਹੈ। ਹਾਲਾਂਕਿ ਨਵੰਬਰ ਵਿੱਚ ਅਪਡੇਟ ਕੀਤੇ ਗਏ ਇਸ ਸਮਝੌਤੇ ਵਿੱਚ ਪੰਜਾਬ ਲਈ ਸਿੱਧੀਆਂ ਉਡਾਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਪਰ ਤੂਰ ਨੇ ਆਖਿਆ ਕਿ ਦਿੱਲੀ ਦੀ ਪੰਜਾਬ ਦੇ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੋਂ ਦੂਰੀ 244 ਕਿਲੋਮੀਟਰ ਹੈ। ਉਹਨਾਂ ਆਖਿਆ ਕਿ ਇਹ ਦੂਰੀ ਬਜ਼ੁਰਗਾਂ ਲਈ ਪੂਰੀ ਕਰਨੀ ਬਹੁਤ ਮੁਸ਼ਕਿਲ ਹੈ, ਇਸ ਲਈ ਉਹ ਮਤਾ ਲੈ ਕੇ ਆਏ ਨੇ ਜਿਸ ਨੂੰ ਕਿ ਸਿਟੀ ਕੌਂਸਲ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਨੁਸਾਰ ਇਨਫਲੂਐਂਜ਼ਾ ਦੇ ਕੇਸਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਪੋਜ਼ਿਟਿਵ ਕੇਸਾਂ ਦੀ ਦਰ ਹਾਲੇ ਵੀ ਕਾਫੀ ਉੱਚੀ ਹੈ, ਪਰ ਪਹਿਲਾਂ ਦੇ ਮੁਕਾਬਲੇ ਕੇਸ ਜ਼ਰੂਰ ਘਟੇ ਨੇ। CDC ਦੇ ਅਨੁਸਾਰ ਇਨਫਲੂਐਂਜ਼ਾ ਦੀ ਪੋਜ਼ਿਟਿਵ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਸੀਜ਼ਨ ਦੇ ਆਮ ਫਲੂ ਨਾਲੋਂ 3 ਹਫ਼ਤੇ ਪਹਿਲਾਂ 27% ਉੱਤੇ ਸੀ ਤੇ ਹੁਣ ਇਹ ਪਿਛਲੇ ਹਫ਼ਤੇ ਦੌਰਾਨ ਘਟ ਕੇ 20% ਤੇ ਆ ਗਈ ਹੈ। ਪਿਛਲੇ ਹਫ਼ਤੇ ਦੌਰਾਨ ਇਸ ਵਾਇਰਸ ਨਾਲ ਕੋਈ ਵੀ ਮੌਤ ਰਿਪੋਰਟ ਨਹੀਂ ਕੀਤੀ ਗਈ, ਕਿਉਂਕਿ ਹੁਣ ਤੱਕ ਇਨਫਲੂਐਂਜ਼ਾ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 6 ਮੌਤਾਂ ਹੋ ਚੁੱਕੀਆਂ ਨੇ। ਇਸ ਵਾਇਰਸ ਦਾ ਪ੍ਰਭਾਵ ਸਮੁੱਚੀ ਆਬਾਦੀ ਦੀ ਥਾਂ ਤੇ ਬੱਚਿਆਂ ਤੇ ਬਹੁਤ ਜ਼ਿਆਦਾ ਰਿਹਾ ਹੈ। ਹੈਲਥ ਅਧਿਕਾਰੀਆਂ ਨੂੰ ਸ਼ੰਕਾ ਵੀ ਸੀ ਕਿ ਬਜ਼ੁਰਗ ਵੀ ਇਸ ਵਾਇਰਸ ਦੀ ਚਪੇਟ ਦੇ ਵਿੱਚ ਆ ਸਕਦੇ ਨੇ, ਪਰ ਫਿਲਹਾਲ ਇਸ ਤੋਂ ਬਚਾਅ ਅਤੇ ਇਸ ਦਾ ਜ਼ਿਆਦਾ ਪ੍ਰਭਾਵ ਬੱਚਿਆਂ ਵਿੱਚ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਕੋਵਿਡ-19 ਵਾਲੇ 171 ਨਵੇਂ ਮਰੀਜ਼ ਹਸਪਤਾਲਾਂ 'ਚ ਭਰਤੀ ਹੋਏ ਨੇ, ਸੋ ਇਹ ਅੰਕੜਾ ਵੀ ਪਹਿਲਾਂ ਦੇ ਮੁਕਾਬਲੇ ਹੇਠਾਂ ਆਇਆ। ਕਾਬਲੇ ਗੌਰ ਹੈ ਕਿ RSV ਅਤੇ ਇਨਫਲੂਐਂਜ਼ਾ ਵਾਇਰਸ ਦੇ ਕੇਸ ਪਿਛਲੇ ਸਮੇਂ ਦੌਰਾਨ ਵਧੇ ਸਨ, ਜਿਸ ਕਾਰਨ ਹਸਪੀਟਲ ਫੈਸਿਲਿਟੀਜ਼ ਦੇ ਉੱਪਰ ਵੀ ਦਬਾਅ ਵਧਿਆ ਸੀ। ਬੱਚਿਆਂ ਦੇ ਹਸਪਤਾਲ ਆਮ ਨਾਲੋਂ ਜ਼ਿਆਦਾ ਸਮਰੱਥਾ ਤੇ ਕੰਮ ਕਰ ਰਹੇ ਹਨ। ਹਸਪਤਾਲਾਂ 'ਚ ਵੇਟਿੰਗ ਵਿੱਚ ਵੀ ਵਾਧਾ ਹੋਇਆ ਤੇ ਸਰਜਰੀਆਂ ਤੇ ਹੋਰ ਆਪਰੇਸ਼ਨ ਵੀ ਰੱਦ ਕਰਨੇ ਪਏ ਨੇ, ਜੋ ਕਿ ਇਹਨਾਂ ਵਾਇਰਸਾਂ ਦੇ ਫੈਲਣ ਦੀ ਸਾਫ਼ ਤਸਵੀਰ ਹੈ। ਪਰ ਇਸ ਸਮੇਂ ਮੁਲਕ ਵਿੱਚ ਹੈਲਥ ਕੇਅਰ ਸੁਧਾਰਾਂ ਦੀ ਮੰਗ ਲੋਕ ਕਰ ਰਹੇ ਨੇ, ਪਰ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਜਾਰੀ ਰੱਖ ਰਹੀਆਂ ਨੇ। ਪਰ ਇਨਫਲੂਐਂਜ਼ਾ ਦੇ ਕੇਸ ਘਟਣਾ ਇੱਕ ਚੰਗਾ ਸੰਕੇਤ ਹੈ ਤੇ ਨਾਲੋਂ ਨਾਲ ਹੈਲਥ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪੋ ਆਪਣਾ ਫਲੂ ਸ਼ਾਟ ਜ਼ਰੂਰ ਲੈਣ। ਫਿਲਹਾਲ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਹੈ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਲਿਬਰਲ ਫੈਡਰਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਮੈਡੀਕਲ ਅਸਿਸਟੈਂਸ ਆਫ ਡਾਇੰਗ, ਜਾਣੀ ਕਿ ਉਹ ਮੈਡੀਕਲ ਸਹਾਇਤਾ ਨਾਲ ਮੌਤ ਨੂੰ ਗਲ ਲਾਉਣ ਵਾਲੇ ਪ੍ਰੋਗਰਾਮ ਦੇ ਪ੍ਰਸਾਰ ਵਿੱਚ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਲੋਕਾਂ ਨੂੰ ਸ਼ਾਮਲ ਕਰਨ ਤੋਂ ਅਜੇ ਕੁਝ ਸਮਾਂ ਰੁਕਣਾ ਚਾਹੁੰਦੀ ਹੈ। ਸਰਕਾਰ ਦਾ ਤਰਕ ਹੈ ਕਿ ਇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਅਜੇ ਸ਼ਾਮਲ ਨਹੀਂ ਕੀਤਾ ਜਾ ਸਕਦਾ ਜਿਹੜੇ ਮਾਨਸਿਕ ਪਰੇਸ਼ਾਨੀ ਦਾ
शिकार ने ਨਿਆਂ ਮੰਤਰੀ ਡੇਵਿਡ ਲਾਮੇਟੀ ਨੇ ਇੱਕ ਨਿਊਜ਼ ਕਾਨਫਰੰਸ 'ਚ ਆਖਿਆ ਕਿ ਉਹਨਾਂ ਵੱਲੋਂ ਅਜਿਹੇ ਤੌਖਲੇ ਸੁਣੇ ਜਾ ਰਹੇ ਨੇ ਕਿ ਹੈਲਥ ਕੇਅਰ ਸਿਸਟਮ ਇਸ ਤਰ੍ਹਾਂ ਦੇ ਗੁੰਝਲਦਾਰ ਮਾਮਲਿਆਂ ਨੂੰ ਹੈਂਡਲ ਕਰਨ ਦੇ ਲਈ ਤਿਆਰ ਨਹੀਂ ਹੈ। ਉਹਨਾਂ ਆਖਿਆ ਕਿ ਕੁਝ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਹੈਲਥ ਕੇਅਰ ਸਿਸਟਮ ਵਿੱਚ ਕੰਮ ਕਰਨ ਵਾਲਿਆਂ ਵੱਲੋਂ ਇਹ ਆਖਿਆ ਗਿਆ ਹੈ ਕਿ ਇਸ ਲਈ ਹੋਰ ਸਮੇਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ 2021 ਵਿੱਚ ਪਾਸ ਕੀਤੇ ਗਏ ਮੈਡੀਕਲ ਸਹਾਇਤਾ ਨਾਲ ਮੌਤ ਨੂੰ ਗਲ ਲਗਾਉਣ ਸੰਬੰਧੀ ਕਾਨੂੰਨ ਵਿੱਚ ਇਸ ਪ੍ਰਬੰਧ ਨੂੰ ਆਰਜ਼ੀ ਤੌਰ ਤੇ ਸ਼ਾਮਲ ਕੀਤਾ ਗਿਆ ਹੈ ਕਿ ਜਿਹੜੇ ਮਾਨਸਿਕ ਗੜਬੜੀ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਹ ਪ੍ਰਬੰਧ 17 ਮਾਰਚ 2023 ਨੂੰ ਖਤਮ ਹੋ ਜਾਵੇਗਾ। ਨਿਆਂ ਮੰਤਰੀ ਨੇ ਆਖਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕਾ ਲੋਕਾਂ ਨੂੰ ਇਹ ਮੰਗ ਲਗਾਤਾਰ ਹੋ ਰਹੀ ਹੈ ਕਿ ਉਹਨਾਂ ਦਾ ਇਲਾਜ ਜਿਹੜਾ ਉਹ ਚੱਲਣਾ ਚਾਹੀਦਾ, ਪਰ ਇਹ ਇੱਕ ਲੰਮੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਸਰਕਾਰ ਵੱਲੋਂ ਮੈਂਟਲ ਹੈਲਥ ਕੇਅਰ ਵਿੱਚ ਸੁਧਾਰ ਲਈ ਕਈ ਮਿਲੀਅਨ ਡਾਲਰਸ ਖਰਚੇ ਜਾ ਰਹੇ ਨੇ। ਇਸ ਲਈ ਅਜਿਹੇ ਮਾਮਲਿਆਂ ਵਿੱਚ ਇੰਜ ਨਹੀਂ ਹੋ ਸਕਦਾ ਕਿ ਕੋਈ ਸ਼ਖਸ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਤੇ ਉਸਨੇ ਆ ਕੇ ਮੌਤ ਨੂੰ ਗਲ ਲਾਉਣ ਲਈ ਮੈਡੀਕਲ ਸਹਾਇਤਾ ਦੀ ਮੰਗ ਕੀਤੀ ਅਤੇ ਉਸਦੀ ਇਹ ਇੱਛਾ ਤੁਰੰਤ ਪੂਰੀ ਕਰ ਦਿੱਤੀ ਜਾਵੇ। ਉਹਨਾਂ ਸਪਸ਼ਟ ਰੂਪ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਨ ਤੋਂ ਬਾਅਦ ਹੀ ਇਸ ਡਿਸੀਜਨ ਤੇ ਪਹੁੰਚਿਆ ਜਾਏਗਾ ਕਿ ਮੈਡੀਕਲ ਅਸਿਸਟੈਂਸ ਆਫ ਡਾਇੰਗ ਪ੍ਰੋਗਰਾਮ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਨੂੰ ਸ਼ਾਮਲ ਕਰਨਾ ਹੈ ਜਾਂ ਨਹੀਂ। ਤੇ ਉਧਰ ਐਡਮਿੰਟਨ ਸਿਟੀ ਕੌਂਸਲ ਵੱਲੋਂ ਅਗਲੇ 5 ਸਾਲਾਂ ਤੱਕ ਹਰ ਸਾਲ 5% ਪ੍ਰਾਪਰਟੀ ਟੈਕਸ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਕੀ ਅਸਰ ਹੋਵੇਗਾ, ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਰਾਹੀਂ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ। ਸਿਟੀ ਆਫ ਐਡਮਿੰਟਨ ਦੀ ਕਾਉਂਸਲ ਨੇ ਜਿਹੜਾ ਜੀ ਬਜਟ ਆ ਉਹ ਅਪਰੂਵ ਕਰ ਦਿੱਤਾ ਤੇ ਉਹਦੇ ਵਿੱਚ ਕੀ ਹੋਇਆ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਅਤੇ 4 ਸਾਲਾਂ ਲਈ 5% ਹਰ ਸਾਲ ਟੈਕਸ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਵਧਿਆ ਕਰੇਗਾ। ਜੀ ਹਾਂ, ਕੈਪੀਟਲ ਬਜਟ ਵੀ ਅਪਰੂਵ ਹੋ ਗਿਆ ਤੇ ਆਪਰੇਟਿੰਗ ਬਜਟ ਵੀ। ਜਿਹੜਾ ਕੈਪੀਟਲ ਬਜਟ ਆ ਉਹਦੇ 'ਚ ਵੋਟਾਂ ਜਿਹੜੀਆਂ ਸੀ 9 ਹੱਕ 'ਚ ਤੇ 4 ਉਲਟ, ਤੇ ਕੈਪੀਟਲ ਬਜਟ ਵਿੱਚ 8 ਹੱਕ ਵਿੱਚ ਸੀਗੀਆਂ ਤੇ 5 ਉਹਦੇ ਅਗੇਂਸਟ ਸੀਗੀਆਂ। ਸੋ ਜਿਹੜੇ ਪ੍ਰੋਪਰਟੀ ਓਨ ਕਰਦੇ ਨੇ ਐਡਮਿੰਟਨ ਦੇ ਵਿੱਚ ਉਹ ਸਾਰੇ 5% ਹੋਰ ਟੈਕਸ ਜਿਹੜਾ ਜੀ ਦੇਣ ਲਈ ਤਿਆਰ ਰਹਿਣ ਆਉਣ ਵਾਲੇ 4 ਸਾਲਾਂ ਲਈ। ਇਹ ਜਿਹੜਾ ਸੀਗਾ 2023 ਤੋਂ 26 ਦਾ ਆਪਰੇਟਿੰਗ ਤੇ ਕੈਪੀਟਲ ਬਜਟ ਸੀਗੇ ਜੀ। ਹਾਲਾਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਪਿਛਲੇ ਨਵੰਬਰ ਦੇ ਵਿੱਚ ਨਾ ਕਿਹਾ ਸੀਗਾ ਕਿ 3.9% ਪ੍ਰੋਪਰਟੀ ਟੈਕਸ ਜਿਹੜਾ ਵਧੇਗਾ, ਪਰ ਉਹਦੇ 'ਚ ਫਿਰ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਦੋਨਾਂ ਹੀ ਕੈਪੀਟਲ ਤੇ ਆਪਰੇਟਿੰਗ ਬਜਟ ਦੇ ਵਿੱਚ, ਤੇ ਉਹਦੇ ਨਾਲ ਇਹ ਜਿਹੜਾ ਹੁਣ ਹੋਰ ਟੈਕਸ ਜਿਹੜਾ ਜੀ ਵੱਧ ਗਿਆ, ਇਹ ਹੁਣ 5% ਤੇ ਚਲਾ ਗਿਆ। ਜਿਹੜੇ ਕਾਉਂਸਲਰਸ ਨੇ ਉਹਨਾਂ ਦੇ ਵੋਟਾਂ ਹੱਕ ਵਿੱਚ ਪਾਈਆਂ ਜਾਂ ਉਲਟ ਪਾਈਆਂ, ਮੈਂ ਦੱਸ ਦਿੰਦਾ ਜੀ। ਕਾਉਂਸਲ ਦੇ 9 ਤੇ 4 ਸੀਗੇ ਜਿਹੜਾ ਕੈਪੀਟਲ ਬਜਟ ਆ 7.9 ਬਿਲੀਅਨ ਡਾਲਰ ਦਾ, ਤੇ ਉਹਦੇ ਵਿੱਚ ਜਿਨ੍ਹਾਂ ਨੇ ਵੋਟਾਂ ਉਹਦੇ ਉਲਟ ਪਾਈਆਂ ਨੇ ਉਹ ਹੈ ਇੱਕ ਟਿਮ ਕਾਰਟਮੈਲ, ਸਾਰਾ ਹੈਮਿਲਟਨ, ਜੈਨੀਫਰ ਰਾਈਸ ਤੇ ਕੈਰਨ ਪ੍ਰਿੰਸਪ, ਜਿਨ੍ਹਾਂ ਨੇ ਇਹਦੇ ਉਲਟ ਪਾਈਆਂ। ਇਸੇ ਤਰ੍ਹਾਂ ਆਪਰੇਟਿੰਗ ਬਜਟ ਦੇ ਵਿੱਚ ਵੀ 8-5 ਦੇ ਨਾਲ ਉਹਨੂੰ ਪਾਸ ਕੀਤਾ, ਪਰ ਜਿਹੜੇ ਉਲਟ ਸੀਗੇ ਉਹ ਕਾਰਟਮੈਲ, ਹੈਮਿਲਟਨ, ਰਾਈਸ, ਪ੍ਰਿੰਸਪ ਐਂਡ ਐਂਡਰਿਊ ਨੈਕ, ਜਿਨ੍ਹਾਂ ਨੇ ਇਹਨਾਂ ਦੇ ਉਲਟ ਵੋਟਾਂ ਪਾਈਆਂ। ਐਂਡਰਿਊ ਨੈਕ ਹੋਰਾਂ ਨੇ ਕਿਹਾ ਵੀ ਮੈਂ ਕਦੇ, ਕਿਉਂਕਿ ਉਹ ਕਹਿੰਦੇ ਵੀ ਭਾਵੇਂ ਕਿੰਨਾ ਵੀ ਛੋਟਾ ਜਿਹਾ ਇਨਕਰੀਜ਼ ਹੋਵੇ ਇਹ ਪਾਸ ਕਰਨਾ ਬੜਾ ਔਖਾ ਹੁੰਦਾ ਆ, ਔਰ ਕਹਿੰਦੇ ਵੀ ਜਿਹੜਾ ਵਾਧਿਆਂ ਦੇ ਵਿੱਚ ਜਦੋਂ ਬਜਟ ਪੇਸ਼ ਕੀਤਾ ਜਾਂਦਾ ਵੀ ਇੰਨੇ ਟੈਕਸ ਹੋਰ ਵੱਧ ਜਾਣਾ ਵੀ ਬੜਾ ਔਖਾ ਹੁੰਦਾ। ਪਰ ਐਤਕੀ ਉਹ ਕਹਿੰਦੇ ਵੀ ਮੈਂ ਜਦੋਂ ਇਹ ਗਿਆ ਮੋਰ ਸਪੋਰਟਿਵ ਸੀਗਾ ਰਾਦਰ ਦੈਨ ਵੀ ਇਸ ਗੱਲ ਦੇ ਨੈਗੇਟਿਵ ਸੀਗਾ। ਦੋਸਤੋ ਇਹ ਜਿਹੜੀ ਸਭ ਤੋਂ ਵੱਡੀ ਡਿਫਿਸਿਵ ਗੱਲ ਰਹੀ ਵੰਡਣ ਵਾਲੀ ਉਹ ਹੈਗੀ ਆ ਟਰਾਂਜ਼ਿਟ ਤੇ ਵੋਟ ਜਿਹੜੇ ਜਦੋਂ ਪਈ ਆ। ਗੱਲ ਆ ਵੀ ਉਹ ਇੱਕ ਰੀਜਨਲ ਟਰਾਂਜ਼ਿਟ ਸਿਸਟਮ ਬਾਰੇ ਗੱਲਬਾਤ ਕੀਤੀ ਜਾ ਰਹੀ ਸੀਗੀ, ਜਿਹੜੀ ਪਲਾਨ ਪਿਛਲੇ 8 ਸਾਲਾਂ ਦੀ ਚੱਲ ਰਹੀ ਸੀਗੀ। ਔਰ ਐਂਡਰਿਊ ਨੈਕ ਹੋਰੀ ਕਾਉਂਸਲਰ ਸੀ ਜਿਹੜੇ ਰਿਪਰੈਜ਼ੈਂਟ ਕਰ ਰਹੇ ਸੀਗੇ ਸਿਟੀ ਆਫ ਐਡਮਿੰਟਨ ਨੂੰ ਮੈਟਰੋਪੋਲੀਟਨ ਟਰਾਂਜ਼ਿਟ ਸਰਵਿਸਿਜ਼ ਕਮਿਸ਼ਨ ਦੇ ਉੱਤੇ, ਔਰ ਉਹ ਕਹਿੰਦੇ ਸੀ ਵੀ 13 ਮਿਲੀਅਨ ਡਾਲਰ ਦਾ ਜਿਹੜਾ ਹੈਗਾ ਸਾਲ ਦਾ ਰੀਜਨਲ ਸਰਵਿਸ ਜਿਹੜੀ ਉਹਦੀ ਉਹ ਸਪੋਰਟ ਚਾਹੁੰਦੇ ਸੀ ਵੀ ਉਹਦੇ ਲਈ ਸਪੋਰਟ ਕੀਤੀ ਜਾਵੇ। ਪਰ 8 ਜਿਹੜੇ ਕਾਉਂਸਲ ਮੈਂਬਰ ਆ ਉਹ ਇਸ ਗੱਲ ਨਾਲ ਉਹਨਾਂ ਦੀ ਸਹਿਮਤ ਨਹੀਂ ਹੋਏ ਤੇ ਉਹਨਾਂ ਨੇ ਰੀਜਨਲ ਟਰਾਂਜ਼ਿਟ
ਪਲਾਨ ਜਿਹੜੀ ਆ ਜੀ ਸਰਵਿਸ ਪਲਾਨ ਉਹਨੂੰ ਕਿਲ ਕਰ ਦਿੱਤਾ। ਇਸੇ ਕਰਕੇ ਕਾਰਟਮੈਲ ਹੋਰੀ ਕਹਿ ਰਿਹਾ ਵੀ ਉਹਨਾਂ ਨੇ ਇਹ ਦੋਨੋਂ ਜਿਹੜੇ ਬਜਟ ਆ ਕੈਪੀਟਲ ਤੇ ਆਪਰੇਟਿੰਗ ਬਜਟ ਉਹਨਾਂ ਦੇ ਉਲਟ ਉਹ ਕਹਿੰਦੇ ਜੀ ਮੈਂ ਵੋਟ ਪਾਈ ਆ। ਉਹ ਕਹਿੰਦੇ ਵੀ ਮੇਕ ਨੋ ਮਿਸਟੇਕ ਟਰਸਟ ਹੈਜ਼ ਬਨ ਲੋਸਟ। ਇਹ ਮਿਸਟਰ ਕਾਰਟਮੈਲ ਹੋਰਾਂ ਦਾ ਕਹਿਣਾ। ਉਹ ਕਹਿੰਦੇ ਵੀ ਅਸੀਂ ਜਿਹੜੀਆਂ ਆਲੇ ਦੁਆਲੇ ਕਲੈਕਟਿਵ ਕਮਿਊਨਿਟੀਜ਼ ਹੈਗੀਆਂ ਉਹਨਾਂ ਦਾ ਅਸੀਂ ਟਰਸਟ ਲੂਜ਼ ਕਰ ਦਿੱਤਾ। ਸੋ ਇਹ ਗੱਲਬਾਤ ਹੈ ਜੀ ਸਾਡੇ ਬਜਟ ਦੀ। ਜਿੱਦਾਂ ਕ੍ਰਿਸਮਸ ਆਉਣ ਵਾਲੀ ਹੈ, ਇੱਕ ਕਿਸਮ ਦਾ ਇਹ ਤੋਹਫਾ ਮਿਲ ਗਿਆ ਵੀ ਆਉਣ ਵਾਲੇ ਸਾਲਾਂ 'ਚ 4 ਸਾਲਾਂ 'ਚ 5% ਜਿਹੜਾ ਪ੍ਰੋਪਰਟੀ ਟੈਕਸ ਵਧੇਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਕੰਜ਼ਰਵੇਟਿਵ ਲੀਡਰ ਪੀਆਰਏ ਪੋਲੀਅਵ ਵੱਲੋਂ ਫੈਡਰਲ ਸਰਕਾਰ ਤੇ ਸਿੱਧੇ ਰੂਪ ਦੇ ਵਿੱਚ ਨਿਸ਼ਾਨੇ ਸਾਧੇ ਗਏ ਨੇ। ਉਹਨਾਂ ਆਖਿਆ ਕਿ ਇਸ ਸਮੇਂ ਮਹਿੰਗਾਈ, ਹਾਊਸਿੰਗ ਕ੍ਰਾਈਸਿਸ ਲਈ ਫੈਡਰਲ ਸਰਕਾਰ ਜ਼ਿੰਮੇਵਾਰ ਹੈ। ਜਿਨ੍ਹਾਂ ਆਖਿਆ ਕਿ ਇਸ ਸਮੇਂ ਵਿਆਜ ਦਰਾਂ ਉੱਚੀਆਂ ਹੋਣ ਕਾਰਨ ਘਰ ਖਰੀਦਣ ਅਤੇ ਵੇਚਣ ਵਾਲੇ ਦੋਨਾਂ ਦੇ ਹੱਥਾਂ ਦੇ ਵਿੱਚ ਕੁਝ ਨਹੀਂ ਆ ਰਿਹਾ। ਜਿਨ੍ਹਾਂ ਦੋਸ਼ ਲਗਾਇਆ ਕਿ ਟਰੂਡੋ ਸ਼ਾਸਨ ਦੇ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਵੀ ਵਾਧਾ ਹੋਇਆ ਤੇ ਕ੍ਰਾਈਮ ਦੇ ਵਿੱਚ ਵੀ। ਪੋਲੀਅਵ ਨੇ ਰਾਸ਼ਟਰੀ ਕੰਜ਼ਰਵੇਟਿਵ ਕਾਕਸ ਨੂੰ ਸੰਬੋਧਨ ਕਰਦੇ ਹੋਏ ਲਿਬਰਲ ਸਰਕਾਰ ਦੁਆਰਾ ਬੰਦੂਕ ਨਿਯੰਤਰਣ ਕਾਨੂੰਨ ਦੇ ਉੱਪਰ ਵੀ ਟਿੱਪਣੀਆਂ ਕੀਤੀਆਂ ਗਈਆਂ। ਉਹਨਾਂ ਆਖਿਆ ਕਿ ਮੁਲਕ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਨੇ ਉਹ ਗੈਰ ਕਾਨੂੰਨੀ ਤਸਕਰੀ ਰਾਹੀਂ ਪਹੁੰਚੇ ਹੋਏ ਹਥਿਆਰਾਂ ਦੇ ਨਾਲ ਵਾਪਰਦੀਆਂ ਨੇ, ਨਾ ਕਿ ਹੰਟਿੰਗ ਵਾਲੇ ਹਥਿਆਰਾਂ ਦੇ ਰਾਹੀਂ। Those people are more numerous than ever before. 1 in 5 Canadians cutting meals because they can't afford the price of groceries. 1.5 million Canadians hitting food banks in a single month. Mothers putting water in their kids' milk because they cannot afford the price of groceries. This in Canada, with one of the most abundant supplies of farmland on planet Earth. And then there's housing. Young people stuck in their parents' basements even though they've done every single thing we asked them to do. Housing prices are going down, but monthly payments are going up, which means buyers and sellers are losing. Many Canadians fear they might not be able to pay their mortgages as the rates hit higher and higher. And it's not just economics, it's violent crime. It's up 32% under Justin Trudeau. Gang violence has increased, and drug overdoses have become a pandemic right across this country. And what's Trudeau's solution to all this? He and the costly coalition want to drive up inflation further. They want billions more in inflationary deficits. The cost of government is driving up the cost of living. $500 billion of it is boosting the cost of the goods we buy and the interest we pay. And then they want to pile on a carbon tax and triple that tax on the home heating that everyday Canadians pay. Conservatives will fight to restore fiscal sanity. We will put legal limits on spending to bring down inflation. We will axe the carbon tax so that Canadians can keep the heat on. Take the tax off, keep the heat on. And we will stand up for the hardworking, law-abiding people who play by the rules in this country. We know that it's not Grandpa Joe's hunting rifle in Cape Breton or in Wainwright that is committing crimes in downtown Toronto. We know that the vast majority of guns used in crime are illegally smuggled into this country. 82% of gun crime is smuggled guns. None of that is going to be solved by banning these hunting rifles. Not a single solitary criminal is going to turn in their gun. So instead of putting time, money, and resources into attacking Indigenous people, hunters, and farmers, Conservatives will protect those people's rights and go after the real criminals to keep Canadians safe. ਨਿਆਂ ਮੰਤਰੀ ਡੇਵਿਡ ਲੈਮਟੀ ਨੇ ਅਲਬਰਟਾ ਦੀ ਘੋਸ਼ਣਾ ਦੇ ਪਹਿਲੇ ਦਿਨ ਉੱਤੇ ਟਿੱਪਣੀ ਕੀਤੀ ਕਿ ਪ੍ਰੋਵਿੰਸ ਤੇ ਕਰਾਊਨ ਪ੍ਰੋਸੀਕਿਊਟਰ ਇਹ ਨਿਰਧਾਰਤ ਕਰਨੇ ਕਿ 1 ਜੂਨ 2023 ਤੋਂ ਸ਼ੁਰੂ ਹੋਣ ਵਾਲੇ ਫੈਡਰਲ ਫਾਇਰ ਆਰਮਜ਼ ਐਕਟ ਦੇ ਤਹਿਤ ਦੋਸ਼ਾਂ ਦੀ ਪੈਰਵੀ ਕਰਨੀ ਹੈ ਜਾਂ ਨਹੀਂ। ਅਲਬਰਟਾ ਸਰਕਾਰ ਦੇ ਬਿੱਲ ਦੀ ਆਲੋਚਨਾ ਕਰਦੇ ਹੋਏ ਲੈਮਟੀ ਨੇ ਕਿਹਾ ਹੈ ਕਿ ਸਰਕਾਰ ਦੇ ਫੈਸਲੇ ਦੀ ਅੱਗੇ ਜਾਂਚ ਘੋਖ ਕੀਤੀ ਜਾਏਗੀ। ਉਹਨਾਂ ਆਖਿਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸੂਬਾ ਸਰਕਾਰ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਆਖਿਆ ਕਿ ਹਥਿਆਰਾਂ ਦੇ ਅਪਰਾਧ ਪਹਿਲਾਂ ਹੀ ਜ਼ਿਆਦਾ ਸਨ ਅਤੇ ਕੈਨੇਡਾ ਭਰ ਦੇ ਵਿੱਚ ਇਹਨਾਂ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਸਾਰੂ ਕਦਮ ਚੁੱਕੇ ਜਾ ਰਹੇ ਨੇ। Well, we've seen the announcement. It's, as you've said, it's just happened, and I've just gotten a letter, an uncharacteristically short letter, from my counterpart. And I suppose we're trying to understand it. Criminal code firearms offences are already prosecuted
by provincial prosecutors for the most part across Canada. And so we're not sure if he means that. Under the Firearms Act, that's something that falls under federal jurisdiction to delegate, and we've delegated that power as a federal government to the Federal Prosecution Service. So more needs to be known about how they plan to proceed. But we're studying it, and we'll hope to get that other information. Well, the Criminal Code falls under federal jurisdiction. The Firearms Act is a federal statute, and the courts have held that firearms regulation falls under federal jurisdiction. I would expect, as is the case with all other criminal code provisions and federal criminal statutes, that police officers will enforce the law, and prosecutors, and it is mainly, as I've said, provincial prosecutors across Canada, members of the provincial crowns, who prosecute those offences. It would be extraordinary if they made a unilateral decision not to enforce the law. That would not only offend the Constitution, but would also offend the rule of law. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।